ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਥੇ ਸਾਡੇ ਨਾਲ ਸਾਡੇ ਸਟੂਡੈਂਟ ਪਹੁੰਚੇ ਆ ਤੇ ਪ੍ਰੈਸ ਤੋਂ ਸਾਡੇ ਪੱਤਰਕਾਰ ਭਰਾ ਸਾਡੇ ਨਾਲ ਪਹੁੰਚੇ ਇੱਥੇ, ਸਭ ਦਾ ਥੈਂਕਸ ਹੈ। ਤੇ ਇੱਥੇ ਜਥੇਬੰਦੀਆਂ ਤੋਂ ਸਾਡੇ ਨਾਲ ਪਹੁੰਚੇ ਸਭ ਦਾ ਥੈਂਕਸ। ਮੈਂ ਗੁਰਸ਼ਰਨ ਸਿੰਘ, ਐਮ ਕਾਲਜ ਸਟੂਡੈਂਟ। ਜਿਵੇਂ ਕਿ ਰੀਸੈਂਟਲੀ ਤੁਹਾਨੂੰ ਪਤਾ ਹੀ ਹੈ ਕੀ ਸਾਡਾ ਇਹ ਮੁੱਦਾ ਹੈ। ਇਹ ਸਾਡਾ ਜਿਹੜਾ ਮੁੱਦਾ ਇਹ ਹੈ ਕਿ ਅਸੀਂ ਪਿਛਲੇ 2 ਸਾਲਾਂ ਤੋਂ ਆਪਣੀ ਫੋਰਨ ਦੇ ਵਿੱਚ, ਸਾਡੀ ਕੈਨੇਡਾ ਦੇ ਵਿੱਚ ਸਟੱਡੀ ਵੀ ਜਿਹੜੀ ਚੱਲ ਰਹੀ ਸੀ, 2 ਸਾਲਾਂ ਤੋਂ ਇਹ ਸਾਡਾ ਪੂਰਾ ਪ੍ਰੋਸੈਸ ਜਿਹੜਾ ਉੱਥੇ ਚੱਲ ਰਿਹਾ ਸੀ। ਤੇ ਐਟ ਦੀ ਐਂਡ ਆ ਕੇ ਸਾਨੂੰ ਰਿਫਿਊਜ਼ਲ ਮਿਲਦੀ ਹੈ ਤੇ ਰਿਫਿਊਜ਼ਲ ਆਉਣ ਤੋਂ ਬਾਅਦ ਅਸੀਂ ਰੀਫੰਡ ਲਈ, ਜੋ ਕਿ ਸਾਡਾ ਇੱਕ ਹੱਕ ਹੈ, ਉਹਦੇ ਲਈ ਅਸੀਂ ਅਪਲਾਈ ਕਰਦੇ ਹਾਂ। ਤੇ ਪਿਛਲੇ 6-7 ਮਹੀਨਿਆਂ ਤੋਂ ਅਸੀਂ ਰੀਫੰਡ ਦਾ ਜਿਹੜਾ ਪ੍ਰੋਸੈਸ ਹੈ ਸਾਡਾ ਚੱਲ ਰਿਹਾ ਤੇ ਹਾਲੇ ਤੱਕ ਜੋ ਕਿ ਸਾਡਾ ਸਿਰੇ ਨਹੀਂ ਚੜ ਰਿਹਾ। ਤੇ ਉਹਦੇ ਮੇਨ ਸਾਰਾ ਸੰਦਰਭ ਦੇ ਵਿੱਚ ਅੱਜ ਦੀ ਸਾਡੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ, ਅਸੀਂ ਇੱਥੇ ਮਤਲਬ ਇਕੱਠੇ ਹੋਏ ਆ ਸਾਰੇ। ਤਾਂ ਮੇਨ ਮੈਂ ਸ਼ੁਰੂ ਕਰਦਾ, ਜਿਵੇਂ ਕਿ ਜਿਹੜਾ ਸਾਡਾ ਮੁੱਦਾ, ਮੇਰੀ ਜਿਹੜੀ ਐਡਮਿਸ਼ਨ ਹੈ ਐਮ ਕਾਲਜ ਦੇ ਵਿੱਚ ਜਨਵਰੀ 2020 ਦੇ ਵਿੱਚ ਮੈਂ ਆਫਰ ਲੈਟਰ ਉੱਥੇ ਅਪਲਾਈ ਕੀਤਾ ਸੀ। ਜਨਵਰੀ 2020 ਤੋਂ ਬਾਅਦ ਮੇਰੀ ਫਰਵਰੀ ਦੇ ਵਿੱਚ ਉਸ ਕਾਲਜ ਦੇ ਵਿੱਚ ਮੈਂ ਫੀਸ ਸਬਮਿਟ ਕਰਤੀ। 2020 ਦੀ ਮੈਂ ਗੱਲ ਦੱਸ ਰਿਹਾ, ਇਹ ਕੋਵਿਡ ਤੋਂ ਪਹਿਲਾਂ ਦੀ। ਆਫਟਰ ਦੈਟ ਕੀ ਹੈ, ਕਰੋਨਾ ਮਹਾਮਾਰੀ ਆ ਗਈ, ਕੋਵਿਡ ਆ ਗਿਆ ਤੇ ਅੰਬੈਸੀਜ਼ ਬੰਦ ਹੋ ਗਈਆਂ, ਸਾਡੀਆਂ ਫਾਈਲਸ ਉੱਥੇ ਲੌਜ ਨਹੀਂ ਹੋ ਪਾਈਆਂ। ਤੇ ਉਸ ਤੋਂ ਕੁਝ ਸਮਾਂ ਬਾਅਦ, ਜਿਵੇਂ ਜੁਲਾਈ ਦੇ ਵਿੱਚ ਮੈਂ ਆਪਣੀ ਫਾਈਲ ਲੌਜ ਕੀਤੀ 2020 ਦੇ ਵਿੱਚ, ਤੇ ਉਸ ਟਾਈਮ ਤੇ ਕਾਫੀ ਜ਼ਿਆਦਾ ਰਾਸ਼ਟਰੀ ਅੰਬੈਸੀ ਦੇ ਵਿੱਚ ਡਿਸੀਜਨ ਨਹੀਂ ਸੀ ਆਉਂਦੇ ਫਾਈਲਾਂ ਤੇ। ਤਾਂ ਉੱਥੋਂ ਦੀ ਗਵਰਨਮੈਂਟ ਨੇ ਕੀ ਕੀਤਾ, ਇੱਕ ਨਵਾਂ ਪ੍ਰੋਸੈਸ ਸਟਾਰਟ ਕੀਤਾ ਵੀਜ਼ਾ ਦੇਣ ਦੇ ਲਈ। ਉਹ ਸੀਗਾ AIP ਦਾ ਪ੍ਰੋਸੈਸ, ਜਿਹਨੂੰ ਬੋਲਦੇ ਆ ਅਪਰੂਵਲ ਇਨ ਪ੍ਰਿੰਸੀਪਲ। ਤੇ ਗਵਰਨਮੈਂਟ ਕੀ ਹੈ, ਸਾਰੇ ਡਾਕੂਮੈਂਟ ਉੱਥੋਂ ਸਾਡੇ ਸਟੂਡੈਂਟਸ ਦੇ ਰਿਵਿਊ ਕਰਨ ਤੋਂ ਬਾਅਦ ਇੱਕ AIP ਲੈਟਰ ਪ੍ਰੋਵਾਈਡ ਕਰਦੀ ਸੀ, ਦਿੰਦੀ ਸੀ ਸਟੂਡੈਂਟ ਨੂੰ। ਤੇ ਉਹਦਾ ਮਤਲਬ ਹੁੰਦਾ ਸੀ ਕਿ ਤੁਸੀਂ ਐਲੀਜੀਬਲ ਹੋ ਆਨਲਾਈਨ ਕਲਾਸਿਸ ਲਈ ਤੇ ਤੁਹਾਡੇ ਡਾਕੂਮੈਂਟ ਆਲਰੇਡੀ ਰਿਵਿਊ ਕਰ ਲਏ ਗਏ ਆ, ਤੁਹਾਡਾ ਵੀਜ਼ਾ ਆਲਮੋਸਟ ਸ਼ੋਰ ਹੈ। ਤੇ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੁੰਦਾ ਸੀ ਬਾਇਓਮੈਟ੍ਰਿਕਸ ਦਾ। ਬਾਇਓਮੈਟ੍ਰਿਕ ਹੋਣ ਤੋਂ ਬਾਅਦ ਅਗਰ ਤੁਹਾਡਾ ਕੋਈ ਵੀ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ ਤਾਂ ਤੁਹਾਡਾ ਵੀਜ਼ਾ ਜਿਹੜਾ ਸੀਗਾ 100% ਸ਼ੋਰ। ਤੇ ਉਸ ਤੋਂ ਬਾਅਦ ਸਾਰੇ ਬੱਚਿਆਂ ਦੇ ਤਕਰੀਬਨ AIP ਆ ਗਏ ਤੇ ਬੱਚਿਆਂ ਨੇ ਕੀ ਹੈ, ਆਪਣੀਆਂ ਆਨਲਾਈਨ ਕਲਾਸਿਸ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਟਾਈਮ ਤੇ ਹੀ ਉੱਥੋਂ ਦੀ ਗਵਰਨਮੈਂਟ ਨੇ ਇੱਕ ਰੂਲ ਬਣਾਇਆ ਸੀ ਕਿ ਅਗਰ ਕੋਈ ਸਟੂਡੈਂਟ ਜਿਹੜੀ ਆਪਣੀ ਸਟੱਡੀ ਹੈ ਇਨਸਾਈਡ ਕੈਨੇਡਾ ਜਾਂ ਆਊਟਸਾਈਡ ਕੈਨੇਡਾ ਕਰਦਾ, ਤਾਂ ਸਟੱਡੀ ਦੇ ਰਿਲੇਟਡ ਜੋ ਵੀ ਉਹਦਾ ਅੱਗੇ ਫਿਊਚਰ ਦੇ ਵਿੱਚ ਉਹਨੂੰ ਵਰਕ ਪਰਮਿਟ ਮਿਲਦਾ, ਉਹ ਐਲੀਜੀਬਲ ਹੋਏਗਾ, ਫੁੱਲੀ ਐਲੀਜੀਬਲ ਹੋਏਗਾ, ਚਾਹੇ ਉਹ ਇਨਸਾਈਡ ਕੈਨੇਡਾ ਸਟੱਡੀ ਕਰਦਾ ਚਾਹੇ ਆਊਟਸਾਈਡ ਕੈਨੇਡਾ। ਇਸ ਭਰੋਸੇ ਦੇ ਨਾਲ ਹੀ ਸਾਰੇ ਸਟੂਡੈਂਟ ਨੇ ਆਪਣੀਆਂ ਜਿਹੜੀਆਂ ਆਨਲਾਈਨ ਕਲਾਸਿਸ ਸ਼ੁਰੂ ਕਰ ਲਈਆਂ। ਤੇ ਆਨਲਾਈਨ ਕਲਾਸਿਸ ਸ਼ੁਰੂ ਕਰਨ ਦੇ ਨਾਲ ਹੀ ਉਸੇ ਟਾਈਮ ਤੇ ਸੇਮ ਸਾਨੂੰ ਕਾਲਜ ਨੇ ਇੱਕ ਆਪਣੀ ਰੀਫੰਡ ਪਾਲਿਸੀ, ਜਿਹੜੀ ਕਿ ਕਾਲਜ ਦੀ ਹੁੰਦੀ ਹੈ, ਉਹ ਕਾਲਜ ਸਾਰੇ ਸਟੂਡੈਂਟਸ ਨੇ ਮੰਗਵਾਈ। ਤਾਂ ਰੀਫੰਡ ਪਾਲਿਸੀ ਕਾਲਜ ਨੇ ਪ੍ਰੋਵਾਈਡ ਕੀਤੀ ਤੇ ਉਹਦੇ ਸਾਫ਼ ਲਿਖਿਆ ਹੋਇਆ ਸੀ ਕਿ ਇਨ ਕੇਸ ਤੁਹਾਡਾ ਕਿਸੇ ਵੀ ਪੁਆਇੰਟ ਤੇ ਜਾ ਕੇ ਸਟੱਡੀ ਪਰਮਿਟ ਜਿਹੜਾ ਰਿਫਿਊਜ਼ ਹੋ ਜਾਂਦਾ, ਤਾਂ ਤੁਸੀਂ ਫੁੱਲੀ ਰੀਫੰਡ ਲਈ ਐਲੀਜੀਬਲ ਹੋ। ਉਹਦੇ ਚੋਂ ਸਿਰਫ ਜੋ ਵੀ ਉਹਨਾਂ ਦੀ ਪ੍ਰੋਸੈਸਿੰਗ ਫੀਸ ਸੀਗੀ $350 ਦੇ ਅਰਾਊਂਡ ਸੀਗੀ, ਉਹ ਡਿਡਕਟ ਹੋਣ ਤੋਂ ਬਾਅਦ ਜਿੰਨੀ ਵੀ ਤੁਸੀਂ ਫੀਸ ਪੇ ਕੀਤੀ ਹੈ ਕਾਲਜ 'ਚ, ਜਿਹੜੀ ਕਿ $15,000 ਦੇ ਕੈਨੇਡੀਅਨ ਡਾਲਰ ਦੇ ਕਰੀਬ ਹੈ, ਉਹ ਤੁਹਾਡੀ ਰੀਫੰਡ ਹੋ ਜਾਏਗੀ। ਪਰ ਫਿਰ ਅਸੀਂ ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਸਟੂਡੈਂਟਸ ਨੇ ਤੇ ਆਪਣੇ ਜਿਹੜੇ ਐਜੂਕੇਸ਼ਨਲ ਕੰਸਲਟੈਂਟ ਇੱਥੇ ਹੁੰਦੇ ਸੀਗੇ, ਜਿਨ੍ਹਾਂ ਤੋਂ ਫਾਈਲਸ ਲਗਾਈਆਂ ਸੀ, ਬਹੁਤ ਬੱਚੇ ਨੇ ਜਿਨ੍ਹਾਂ ਨੇ IDP ਤੋਂ ਫਾਈਲਾਂ ਲਾਈਆਂ ਸੀ ਜਾਂ ਕੈਨਮ ਤੋਂ ਜਾਂ ਲੈਂਡਮਾਰਕ ਤੋਂ, ਹੋਰ ਕਾਫੀ ਇੱਦਾਂ ਦੇ ਆਪਣੇ ਜਿਹੜੇ ਨਾਮਵਾਰ ਕੰਸਲਟੈਂਟ ਨੇ, ਉਹਨਾਂ ਦੇ ਥਰੂ ਇਹਨਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਲਈ ਸੀ। ਤਾਂ ਉਹਨਾਂ ਦੀ ਸਾਰਿਆਂ ਦੀ ਸਲਾਹ ਦੇ ਨਾਲ ਹੀ ਸਾਰੇ ਬੱਚਿਆਂ ਨੇ ਆਪਣੀ ਜਿਹੜੀ ਹੈਗੀ ਆ ਆਨਲਾਈਨ ਕਲਾਸਿਸ, ਆਨਲਾਈਨ ਸਟੱਡੀ ਜਿਹੜੀ ਹੈ ਉਹ ਸਟਾਰਟ ਕਰਤੀ ਸੀ। ਲਗਭਗ ਨਵੰਬਰ ਦੇ ਵਿੱਚ 2020 ਦੇ ਵਿੱਚ ਸਾਡੀ ਆਨਲਾਈਨ ਸਟੱਡੀ ਜਿਹੜੀ ਹੈ ਸਟਾਰਟ ਹੋ ਗਈ ਸੀ। ਮੌਂਟਰੀਅਲ ਦੇ ਵਿੱਚ ਮੈਂ ਕਲਾਸਿਸ ਲਾਉਂਦਾ ਰਿਹਾ ਤੇ ਸਾਡੇ ਨਾਲ ਦੇ ਕਈ ਸਟੂਡੈਂਟਸ ਨੇ ਜਿਹੜੇ ਕਲਾਸਿਸ ਲਾਉਂਦੇ ਰਹੇ ਆ। ਤੇ ਫਿਰ ਉਸ ਤੋਂ ਬਾਅਦ ਜਦੋਂ ਦਸੰਬਰ 2020 ਆਉਂਦਾ, ਤਾਂ ਨਾਲ ਦੀ ਨਾਲ ਕੁਝ ਕੁ ਬੱਚਿਆਂ ਦੇ ਵੀਜ਼ਾਸ ਵੀ ਆਉਂਦੇ ਰਹੇ ਆ, ਬੱਚੇ ਟਰੈਵਲ ਵੀ ਕਰਦੇ ਰਹੇ ਆ, ਪਰ ਮੋਸਟਲੀ ਕੀ ਆ, ਰਿਜ਼ਲਟ ਨਹੀਂ ਆਉਂਦੇ ਸੀ ਫਾਈਲ ਤੇ, ਜਿਨ੍ਹਾਂ ਨੇ ਮੌਂਟਰੀਅਲ ਕਿਊਬਿਕ ਦੇ ਵਿੱਚ ਆਪਣੀਆਂ ਫਾਈਲਸ ਲਗਾਈਆਂ ਹੋਈਆਂ ਸੀ। ਤਾਂ ਦਸੰਬਰ 2020 ਦੇ ਵਿੱਚ ਜਿਹੜਾ ਸੀਗਾ ਸਾਡਾ, ਉੱਥੋਂ ਦੇ 10 ਕਾਲਜ ਸੀਗੇ ਮੌਂਟਰੀਅਲ ਦੇ, ਜਿਨ੍ਹਾਂ ਦਾ ਕਿ CAQ ਲੈਟਰ ਉੱਥੋਂ ਦੀ ਗਵਰਨਮੈਂਟ ਨੇ ਸਸਪੈਂਡ ਕਰਤਾ ਸੀ। ਜਿਹੜਾ CAQ ਲੈਟਰ ਹੈ ਉਹ ਹੈਗਾ ਕਿਊਬਿਕ ਅਸੈਪਟੈਂਸ ਲੈਟਰ। ਪਹਿਲਾਂ ਕਿਊਬਿਕ ਦੀ ਸਰਕਾਰ ਹੈ ਜਿਹੜੀ, ਕਿਊਬਿਕ ਉੱਥੋਂ ਦਾ ਇੱਕ ਸੂਬਾ, ਮੌਂਟਰੀਅਲ ਉੱਥੇ ਦੀ ਸਿਟੀ ਹੈ, ਤੇ ਪਹਿਲਾਂ ਕਿਊਬਿਕ ਦੀ ਗਵਰਨਮੈਂਟ ਅਪਰੂਵ ਕਰਦੀ ਸੀ ਵੀਜ਼ਾ। ਆਫਟਰ ਦੈਟ ਕੀ ਹੈ, ਤੁਸੀਂ ਅੰਬੈਸੀ 'ਚ ਉਹ ਲੈਟਰ ਦੇ ਨਾਲ ਫਾਈਲ ਲਾਉਂਦੇ ਹੋ ਤੇ ਫਿਰ ਅੰਬੈਸੀ ਕੈਨੇਡਾ ਦਾ ਤੁਹਾਨੂੰ ਵੀਜ਼ਾ ਪ੍ਰੋਵਾਈਡ ਕਰਦੀ ਹੈ। ਤਾਂ ਕੋਈ ਇਹਨਾਂ ਕਾਲਜਾਂ ਤੇ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਇਹਨਾਂ ਦੇ CAQ ਲੈਟਰ ਜਿਹੜੇ ਆ ਸਸਪੈਂਡ ਕਰ ਦਿੱਤੇ ਗਏ,
जनवरी 2021 ਤੇ ਦਸੰਬਰ 2020 ਦੇ ਆਸ-ਪਾਸ ਦੀ ਇਹ ਗੱਲ ਹੈ। ਤਾਂ 15-20 ਦਿਨ ਬਾਅਦ ਇਹ ਦੁਬਾਰਾ ਤੋਂ ਬਹਾਲ ਕਰ ਦਿੱਤੇ ਗਏ। ਜਿਹੜੇ CAQ ਲੈਟਰ ਹੈ ਦੁਬਾਰਾ ਤੋਂ ਉੱਥੋਂ ਦੀ ਗਵਰਨਮੈਂਟ ਇਸ਼ੂ ਕਰਨ ਲੱਗ ਗਈ ਹੈ ਨਾ ਕਾਲਜਸ ਦੇ। ਪਰ ਫਿਰ ਵੀ ਕੀ ਹੈ, ਬੱਚੇ ਵੇਟ ਕਰਦੇ ਰਹੇ ਕਿ ਸਾਡੇ ਵੀਜ਼ਾਜ਼ ਆਉਣਗੇ, ਅਸੀਂ ਟਰੈਵਲ ਕਰਾਂਗੇ, ਉੱਥੇ ਜਾਵਾਂਗੇ। ਸਿਰਫ ਇੱਕ ਕਿਊਬਿਕ ਪ੍ਰੋਵਿੰਸ ਦਾ ਹੋ ਰਿਹਾ ਸੀ, ਹੋਰ ਪ੍ਰੋਵਿੰਸ ਕਿਸੇ ਨੇ ਓਨਟਾਰੀਓ ਲਾਈ ਹੈ, ਕਿਸੇ ਨੇ ਬ੍ਰਿਟਿਸ਼ ਕੋਲੰਬੀਆ ਆਪਣੀ ਫਾਈਲ ਲਾਈ ਹੈ, ਉਹਨਾਂ ਦੇ ਤਕਰੀਬਨ ਰਿਜ਼ਲਟ ਆ ਰਹੇ ਸੀਗੇ ਤੇ ਉਹ ਬੱਚੇ ਟਰੈਵਲ ਕਰ ਰਹੇ ਸੀ। ਫਿਰ ਇਦਾਂ ਹੀ ਕਰਦੇ ਕਰਦੇ ਡਿਲੇ ਹੁੰਦੀ ਗਈ ਤੇ ਬੱਚਿਆਂ ਨੇ ਫਿਰ ਅੱਗੇ ਜਾ ਕੇ ਕੀ ਹੈ, ਇੱਕ ਪ੍ਰੋਟੈਸਟ ਜਿਹੜਾ ਰੱਖਿਆ ਇੱਥੇ ਆਪਣਾ VFS ਦੇ ਬਾਹਰ ਅਟਲਾਂਟੇ ਦੇ ਵਿੱਚ ਜਿਹੜੀ ਕੈਨੇਡਾ ਦੀ ਐਮਬੈਸੀ ਹੈ ਉੱਥੇ ਪ੍ਰੋਟੈਸਟ ਰੱਖਿਆ ਤੇ ਉੱਥੇ ਬੱਚੇ ਇਕੱਠੇ ਹੋਏ। ਸਾਰੇ ਇਕੱਠੇ ਹੋਣ ਤੋਂ ਬਾਅਦ ਉਸ ਤੋਂ ਕੁਝ ਟਾਈਮ ਤੋਂ ਬਾਅਦ ਕੀ ਹੈ, ਹੌਲੀ ਹੌਲੀ ਕੀ ਹੈ, ਕਿਊਬਿਕ ਦੇ ਵੀ ਵੀਜ਼ਾਜ਼ ਆਉਣ ਲੱਗੇ। ਪਰ ਦੇਖਣ ਵਾਲੀ ਗੱਲ ਇਹ ਹੋਈ ਕਿ ਵੀਜ਼ਾਜ਼ ਰਿਫਿਊਜ਼ਲ ਦੇ ਵਿੱਚ ਆਏ। 90% ਬੱਚਿਆਂ ਦੀ ਕੀ ਹੈ, ਰਿਫਿਊਜ਼ਲ ਆਉਂਦੀ ਰਹੀ ਤੇ ਰਿਫਿਊਜ਼ਲ ਆਉਣ ਤੋਂ ਬਾਅਦ ਸਾਰੇ ਬੱਚੇ ਰੀਫੰਡ ਦੇ ਹੱਕਦਾਰ ਜਿਵੇਂ ਸੀਗੇ ਤਾਂ ਬੱਚੇ ਨਾਲ ਦੀ ਨਾਲ ਆਪਣਾ ਰੀਫੰਡ ਅਪਲਾਈ ਕਰਦੇ ਗਏ। ਰੀਫੰਡ ਜਿਹੜਾ ਹੈ ਉਹ ਬੱਚਿਆਂ ਦਾ, ਕੁਝ ਕੁ ਬੱਚਿਆਂ ਦਾ ਆਪਾਂ ਕਹਿ ਸਕਦੇ 1 ਜਾਂ 2% ਬੱਚਿਆਂ ਦਾ ਰੀਫੰਡ ਜਿਹੜਾ ਆਇਆ ਉੱਥੋਂ। ਤੇ ਉਸ ਤੋਂ ਬਾਅਦ ਕੀ ਹੈ, ਤੇ ਕੋਵਿਡ ਦਾ ਹੀ ਹਵਾਲਾ ਦਿੰਦੇ ਹੋਏ, ਹਰ ਕਾਲਜ ਨੇ ਕੋਵਿਡ ਦਾ ਹਵਾਲਾ ਦਿੰਦੇ ਹੋਏ ਇਹੀ ਕਿਹਾ ਕਿ ਕੋਵਿਡ ਦਾ ਚੱਲ ਰਿਹਾ ਟਾਈਮ ਤੇ ਤੁਹਾਡਾ ਡਿਲੇ ਹੋ ਰਿਹਾ, ਪ੍ਰੋਸੈਸ ਤੁਹਾਡਾ ਅੰਡਰ ਪ੍ਰੋਸੈਸ ਹੈ ਜਿਹੜਾ ਰੀਫੰਡ ਹੈ। ਤੇ ਫਿਰ ਜਿਵੇਂ 3 ਕਾਲਜ ਸਾਡੇ ਹੈਗੇ ਨੇ ਜਿਹੜੇ ਦਾ ਹੁਣ ਰੌਲਾ ਚੱਲ ਰਿਹਾ, ਉਹ ਹੈਗਾ M ਕਾਲਜ, CDE ਕਾਲਜ ਤੇ CCSQ ਕਾਲਜ। ਫਿਰ ਇਸ ਕਾਲਜਾਂ ਦਾ, ਇਹਨਾਂ ਕਾਲਜਾਂ ਦਾ ਜਦੋਂ ਦਸੰਬਰ 2021 ਆ ਗਿਆ ਤਾਂ ਉਦੋਂ ਇਹ ਕਾਲਜ ਕਹਿੰਦੇ ਕਿ ਸਾਡੀ ਬ੍ਰੇਕ ਆ, ਵਿੰਟਰ ਬ੍ਰੇਕ ਹੈ, ਜਿਹੜੀ ਕਿ 10 ਜਨਵਰੀ 2022 ਨੂੰ ਸਾਡੀ ਵਿੰਟਰ ਬ੍ਰੇਕ ਖਤਮ ਹੋਣੀ ਹੈ। ਵਿੰਟਰ ਬ੍ਰੇਕ ਖਤਮ ਹੋਣ ਤੋਂ ਬਾਅਦ ਹੀ ਤੁਹਾਡਾ ਜਿਹੜਾ ਪ੍ਰੋਸੈਸ ਹੈ ਰਿਫੰਡ ਦਾ ਉਹ ਅੱਗੇ ਵਾਲਾ ਚੱਲੇਗਾ ਤੇ ਤੁਹਾਡੇ ਰੀਫੰਡ ਜਿਹੜੇ ਆਉਣੇ ਸਟਾਰਟ ਹੋ ਜਾਣਗੇ। ਤਾਂ ਬੱਚੇ ਇਸੇ ਚੀਜ਼ ਨੂੰ ਦੇਖਦੇ ਹੋਏ ਆਪਣੇ ਕੰਸਲਟੈਂਟਾਂ ਨਾਲ ਵੀ ਸਾਡਾ ਰਾਬਤਾ ਸੀਗਾ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਰਹੇ ਤੇ ਉਹ ਵੀ ਇਹੀ ਕਹਿ ਰਹੇ ਸੀ ਕਿ ਸਾਡੀ ਕਾਲਜ ਨਾਲ ਗੱਲ ਚੱਲ ਰਹੀ ਹੈ ਕਿ ਤੁਹਾਡੇ ਰੀਫੰਡ ਆ ਜਾਣਗੇ, ਥੋੜਾ ਟਾਈਮ ਲੱਗੇਗਾ। ਤੇ ਕੋਵਿਡ ਕਰਕੇ ਇਹ ਸਾਰਾ ਕੁਝ ਟਾਈਮ ਲੱਗ ਰਿਹਾ। ਫਿਰ ਸਾਰੇ ਬੱਚੇ ਵੇਟ ਕਰਦੇ ਰਹੇ, ਜਦੋਂ ਕਿ 10 ਤੋਂ ਜਨਵਰੀ ਤੋਂ ਬਾਅਦ ਉੱਥੇ 11 ਜਨਵਰੀ ਦੀ ਡੇਟ ਕੈਨੇਡਾ 'ਚ ਹੋਈ ਤਾਂ ਅਸੀਂ ਇੱਥੋਂ ਵੀ ਮੇਲਸ ਪਾਈਆਂ ਕਾਲਜ ਨੂੰ ਤੇ ਉੱਥੋਂ ਦੇ ਜਿਹੜੇ ਬੱਚੇ ਸੀ ਉਹ ਵੀ ਕਾਲਜ ਗਏ। ਤਾਂ ਦੇਖਣ ਵਾਲੀ ਗੱਲ ਇਹ ਹੋਈ ਕਿ ਕਾਲਜ ਉੱਥੇ ਬੰਦ ਹੋ ਗਏ ਸੀ। ਇਹ ਕਾਲਜ ਮੇਨ ਔਰ ਸਾਰਾ ਸ਼ਟਡਾਊਨ ਆਪਣਾ ਕਰ ਗਏ ਸੀ। ਉੱਥੇ ਬੱਚੇ ਗਏ, ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਅੱਗੇ। ਤੇ ਫਿਰ ਸਾਨੂੰ 11 ਜਨਵਰੀ ਤੋਂ 12 ਜਨਵਰੀ ਨੂੰ ਪਤਾ ਲੱਗਦਾ ਕਿ ਜਿਹੜੀ 6 ਜਨਵਰੀ 2022 ਸੀ ਤਾਂ ਕਾਲਜ ਨੇ ਆਪਣੇ ਆਪ ਨੂੰ ਬੈਂਕਰਪਟ ਸ਼ੋਅ ਕਰਤਾ ਤੇ ਇਹਨੂੰ ਸਰਕਾਰ ਨੂੰ ਆਪਣੇ ਆਪ ਨੂੰ ਸੌਂਪਤਾ ਉਹਨਾਂ ਨੇ ਕਿ ਅਸੀਂ ਬੈਂਕਰਪਟ ਹੋ ਗਏ ਹਾਂ ਤੇ ਜੋ ਵੀ ਅੱਗੇ ਦਾ ਫੈਸਲਾ ਉਹ ਸਰਕਾਰ ਲੀਗਲ ਐਕਸ਼ਨ ਜੋ ਵੀ ਬਣਦਾ ਉਹ ਲੈ ਕੇ ਗਵਰਨਮੈਂਟ ਕਰੇਗੀ। ਤੇ ਫਿਰ ਸਾਰੇ ਬੱਚੇ ਉੱਥੋਂ ਦੇ ਵੀ ਤੇ ਇੱਥੋਂ ਦੇ ਵੀ ਇੱਕ ਉਹਨਾਂ ਨੇ ਆਪਣੀ ਯੂਥ ਆਰਗੇਨਾਈਜੇਸ਼ਨ ਬਣਾਈ ਤੇ ਉਹ ਆਰਗੇਨਾਈਜੇਸ਼ਨ ਬਣਾਉਣ ਤੋਂ ਬਾਅਦ ਅੱਗੇ ਦਾ ਜੋ ਵੀ ਪ੍ਰੋਟੈਸਟ ਵਗੈਰਾ ਉਹ ਕਰਨੇ ਸ਼ੁਰੂ ਕਰਤੇ। ਤੇ ਸਾਡੀ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ ਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟ ਆਰਗੇਨਾਈਜੇਸ਼ਨ ਤੇ ਸਾਡੇ ਨਾਲ ਦੇ ਬੱਚੇ ਸਾਰੇ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ ਆਏ ਸੀ, ਡਕੌਂਦਾ ਤੋਂ ਤੇ ਇੱਕ ਨੌਜਵਾਨ ਭਾਰਤ ਸਭਾ ਤੋਂ ਉਹ ਅੱਜ ਵੀ ਸਾਡੇ ਨਾਲ ਆਏ ਨੇ, ਉਹ ਵੀ ਆਏ ਸੀ ਸਾਡੇ ਨਾਲ। ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਤੁਹਾਡੀ ਸਪੋਰਟ 'ਚ ਖੜੇ ਹਾਂ। ਤੇ ਉੱਥੇ ਹੀ ਅਸੀਂ ਡਿਸਾਈਡ ਕੀਤਾ ਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਕਰੀਏ ਕਿ ਉਹ ਤੋਂ ਬਾਅਦ ਤਾਂ ਕਿ ਮੀਡੀਆ ਦੇ ਵਿੱਚ ਸਾਡੀ ਗੱਲ, ਜਿਹੜੀ ਮੀਡੀਆ ਜਿਹੜਾ ਹੈਗਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪ੍ਰੈਸ ਮੀਡੀਆ ਜੋ ਵੀ ਆਪਣਾ ਹੈਗਾ, ਇਹਨਾਂ ਦੇ ਹੀ ਜ਼ਰੀਏ ਅਸੀਂ ਸੋਚਦੇ ਹਾਂ ਕਿ ਸਾਡਾ ਰੀਫੰਡ ਦਾ ਜਿਹੜਾ ਪ੍ਰੋਸੈਸ ਹੈ ਉਹ ਜਲਦੀ ਤੋਂ ਜਲਦੀ ਹੋ ਸਕੇ। ਕਿਉਂਕਿ ਇਹ ਸਾਡੀ ਜਿਹੜੀ ਕਮਾਈ ਹੈ 8 ਤੋਂ 9 ਲੱਖ ਦੀ ਜਿਹੜੀ ਸਾਡੇ ਘਰਦਿਆਂ ਦੀ ਕਮਾਈ ਹੈ, ਉਹਨਾਂ ਦੇ ਪੈਸੇ ਨੇ, ਮਿਹਨਤ ਦੀ ਕਮਾਈ ਹੈ ਤੇ ਸਭ ਨੇ ਲਾਏ ਆ। ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸੀ ਸਾਡਾ ਹੱਕ ਬਣਦਾ ਉਹ ਸਾਨੂੰ ਵਾਪਸ ਸਾਡਾ ਰੀਫੰਡ ਆਵੇ। ਤੇ ਅਸੀਂ ਤੁਹਾਡੇ ਹੀ ਜ਼ਰੀਏ ਜਿਹੜੀ ਸਾਡੀ ਐਕਸਟਰਨਲ ਮਿਨਿਸਟਰੀ ਹੈ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਪ੍ਰੋਟੈਸਟ ਦੀ ਡੇਟ ਹੈ ਜਿਹੜੀ ਉਹ ਅਨਾਊਂਸ ਕਰ ਰਹੇ ਹਾਂ। ਫਿਲਹਾਲ ਸਾਡਾ ਅਸੀਂ 10 ਫਰਵਰੀ ਦਾ ਪ੍ਰੋਟੈਸਟ ਜਿਹੜਾ ਕਿ ਅੰਬੈਸੀ ਦੇ ਬਾਹਰ, ਕੈਨੇਡਾ ਅੰਬੈਸੀ ਜਿਹੜੀ ਆਪਣੀ ਹੈਗੀ ਇੱਥੇ ਅਟਲਾਂਟੇ, ਉੱਥੇ ਅਸੀਂ ਰੱਖਣ ਦੀ ਮਤਲਬ ਕੋਸ਼ਿਸ਼ ਕੀਤੀ ਹੈ। ਤੇ ਫਿਲਹਾਲ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਮੌਂਟਰੀਅਲ ਦੇ ਵਿੱਚ ਸਾਡੇ ਨਾਲ ਦੇ ਸਟੂਡੈਂਟਸ ਹੈਗੇ ਨੇ, ਕਿਉਂਕਿ ਉੱਥੇ ਉਹ ਵੀ ਸਫਰ ਕਰ ਰਹੇ ਨੇ ਇਸ ਚੀਜ਼ ਨੂੰ, ਉਹਨਾਂ ਦੀ ਸਟੱਡੀ ਅੱਧ ਵਿਚਾਲੇ ਕਿਤੇ ਨਾ ਕਿਤੇ ਰੁਕ ਗਈ ਹੈ। ਸਟੱਡੀ ਰੁਕਣ ਤੋਂ ਬਾਅਦ ਕੀ ਹੈ, ਹੁਣ ਨਾ ਹੀ ਉਹਨਾਂ ਨੂੰ ਦਿਖ ਰਿਹਾ ਕਿ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ, ਕਿਸੇ ਦਾ ਵੀਜ਼ਾ ਐਕਸਪਾਇਰ ਹੋਣ ਤੇ ਹੈ ਕਿ ਉਹਨਾਂ ਨੂੰ ਵੀਜ਼ਾ ਅੱਗੇ ਮਿਲੇਗਾ। ਗਵਰਨਮੈਂਟ ਕੀ ਕਰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਸਟਿਸ ਮਿਲੇ ਤੇ ਨਾਲ ਹੀ ਸਾਨੂੰ ਜਿਹੜੇ ਕਿ ਸਾਰੇ ਬੱਚੇ ਇੰਡੀਆ 'ਚ ਬੈਠੇ ਆ ਉਹਨਾਂ ਨੂੰ ਵੀ ਜਸਟਿਸ ਜਿਹੜਾ ਇਹਦਾ ਮਿਲੇ। ਤੇ ਅਸੀਂ ਤੁਹਾਡੇ ਜਰੀਏ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਅੱਗੇ ਸਾਡੀ ਗੱਲ ਨੂੰ ਚੁੱਕੋ। ਤੇ ਨੈਕਸਟ ਦੀਕਸ਼ਾ, ਤੁਸੀਂ ਮਨੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਆਪਣੇ ਸਾਰੇ ਵਿਚਾਰ ਦੱਸ ਦਿਓ।
ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ 2 ਸਾਲਾਂ ਤੋਂ ਇਸ ਚੀਜ਼ ਤੋਂ ਸਫਰ ਕਰ ਰਹੇ ਹਾਂ। ਸਾਡੇ ਵਿੱਚੋਂ ਕੁਝ ਸਟੂਡੈਂਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਡੇਢ ਸਾਲ ਸਟੱਡੀ ਕੀਤੀ ਹੈ ਤੇ ਉਹਨਾਂ ਨੂੰ ਰਿਫਿਊਜ਼ਲ ਦਾ ਇਹ ਰੀਜ਼ਨ ਦਿੱਤਾ ਗਿਆ ਤੁਸੀਂ ਬਾਹਰ ਜਾ ਕੇ ਵਾਪਿਸ ਨਹੀਂ ਆਓਗੇ, ਵਿਚ ਇਜ਼ ਨਾਟ ਅ ਜੈਨੂਅਨ ਰੀਜ਼ਨ। ਮੰਨਿਆ ਕਿ ਕਦੇ ਕਿਸੇ ਫਾਈਲ ਸਟਰੋਂਗ ਨਹੀਂ ਹੁੰਦੀ, ਉਹਨਾਂ ਨੂੰ ਇਹ ਰੀਜ਼ਨ ਦਿੱਤੇ ਜਾਂਦੇ ਸੀਗੇ, ਪਰ ਐਵੇਂ ਨਹੀਂ ਹੋ ਸਕਦਾ ਕਿ 100% ਦੇ ਵਿੱਚੋਂ ਤੁਸੀਂ 90% ਸਟੂਡੈਂਟਸ ਨੂੰ ਇਹੀ ਰੀਜ਼ਨ ਦੇ ਰਹੇ ਹੋ ਕਿ ਉਹ ਬਾਹਰ ਸਿਰਫ ਔਰ ਸਿਰਫ ਪੱਕੇ ਹੋਣ ਨਹੀਂ ਜਾ ਰਹੇ ਨੇ ਜਾਂ ਉਹ ਵਾਪਿਸ ਇੰਡੀਆ ਨਹੀਂ ਆਉਣਗੇ। ਤਾਂ ਇਹ ਸਿਰਫ ਇੱਕ ਸਾਨੂੰ ਰੀਜ਼ਨ ਦਿੱਤਾ ਗਿਆ ਕਿ ਸਾਨੂੰ ਰਿਫਿਊਜ਼ਲ ਦਾ ਇੱਕ ਰੀਜ਼ਨ ਦਿੱਤਾ ਗਿਆ ਆ। ਤੇ ਅਸੀਂ ਚਲੋ ਇਸ ਚੀਜ਼ ਨੂੰ ਵੀ ਐਕਸੈਪਟ ਕਰਦੇ ਹਾਂ ਕਿ ਰਿਫਿਊਜ਼ਲ ਕਿਤੇ ਨਾ ਕਿਤੇ ਆ ਜਾਂਦੀ ਆ ਲੋਕਾਂ ਦੀ, ਕੋਈ ਬੜੀ ਗੱਲ ਨਹੀਂ ਹੈਗੀ, ਬਟ ਐਟਲੀਸਟ ਸਾਨੂੰ ਸਾਡਾ ਪੈਸਾ ਰਿਫੰਡ ਕੀਤਾ ਜਾਵੇ ਕਿਉਂਕਿ ਸਾਡੇ ਪੇਰੈਂਟਸ ਨੇ ਅੱਜ ਤੱਕ ਆਪਣੀ ਜਿੰਨੀ ਵੀ ਕਮਾਈ ਆ ਉਹਨਾਂ ਨੂੰ ਇਕੱਠਾ ਕਰਕੇ ਸਾਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਸਾਡਾ ਫਿਊਚਰ ਬਣ ਸਕੇ। ਲੇਕਿਨ ਐਟ ਦਾ ਐਂਡ ਕੀ ਹੋ ਰਿਹਾ, ਉਹ ਲੋਕੀ ਵੀ ਡਿਪਰੈਸ਼ਨ 'ਚ ਆ, ਅਸੀਂ ਵੀ ਡਿਪਰੈਸ਼ਨ 'ਚ ਆ। 2 ਸਾਲਾਂ ਤੋਂ ਸਾਡਾ ਫਿਊਚਰ ਰੁਕਿਆ ਹੋਇਆ, ਨਾ ਤਾਂ ਆਪਾਂ ਇੱਥੇ ਸਟੱਡੀ ਕਰ ਸਕਦੇ ਹਾਂ ਨਾ ਅਸੀਂ ਬਾਹਰ ਕਿਤੇ ਟਰੈਵਲ ਕਰ ਸਕਦੇ ਹਾਂ, ਕਿਉਂਕਿ ਜਿਹੜਾ ਸਾਡਾ ਅਮਾਊਂਟ ਆ ਕਿਸੇ ਨੇ ਲੋਨ ਚੱਕ ਕੇ ਲਾਇਆ, ਕਿਸੇ ਨੇ ਆਪਣੀ ਜ਼ਮੀਨਾਂ ਗਹਿਣੇ ਧਰੀਆਂ ਨੇ। ਸਭ ਨੂੰ ਪਤਾ ਹੈ ਕਿ ਬਾਹਰ ਜਾਣ ਲਈ ਪੈਸਾ ਲੋਕੀ ਕਿਵੇਂ ਇਕੱਠਾ ਕਰਦੇ ਆ। ਇਟਸ ਨਾਟ ਅ ਈਜ਼ੀ ਟਾਸਕ ਕਿ ਆਪਾਂ ਇੱਕਦਮ 18 ਤੋਂ 19 ਲੱਖ ਰੁਪਇਆ ਇਕੱਠਾ ਕਰ ਲਈਏ, ਤੇ ਉਹ ਪੈਸਾ ਸਾਡਾ ਇੰਨੇ ਬੁਰੀ ਤਰੀਕੇ ਨਾਲ ਫਸਿਆ ਕਿ ਸਾਨੂੰ ਇਹ ਵੀ ਨਹੀਂ ਹਜੇ ਪਤਾ ਲੱਗ ਰਿਹਾ ਕਿ ਉਹ ਪੈਸਾ ਵਾਪਿਸ ਆਏਗਾ ਜਾਂ ਨਹੀਂ ਆਏਗਾ। ਬਹੁਤ ਸਾਰੇ ਬੱਚੇ ਡਿਪਰੈਸ਼ਨ 'ਚ ਜਾ ਚੁੱਕੇ ਨੇ, ਬਹੁਤ ਸਾਰੀ ਫੈਮਲੀਜ਼ ਇਹੋ ਜਿਹੀਆਂ ਨੇ ਜੋ ਬੱਚਿਆਂ ਨੂੰ ਕੁਐਸਚਨ ਕਰਦੀਆਂ ਨੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਏਜੰਟ ਸਾਨੂੰ ਮਿੱਠੀ ਮਿੱਠੀ ਗੋਲੀਆਂ ਦਿੰਦੇ ਰਹਿੰਦੇ ਨੇ। ਫੋਰ ਐਗਜ਼ਾਮਪਲ ਕੁਝ ਏਜੰਟਸ ਇਹ ਬੋਲਦੇ ਨੇ ਕਿ ਮੈਮ ਉਹਨਾਂ ਨੇ ਗਵਰਨਮੈਂਟ ਤੋਂ ਫੰਡ ਡਿਮਾਂਡ ਕੀਤੀ ਆ। ਜਦੋਂ ਮੈਂ ਆਪਣੇ ਏਜੰਟ ਕੋਲ ਗਈ ਸੀ ਉਹਨਾਂ ਨੇ ਮੈਨੂੰ ਇਹ ਬੋਲਿਆ ਕਿ ਸਿਮਰਨ ਐਵੇਂ ਦਾ ਕੁਝ ਨਹੀਂ ਹੈਗਾ, ਬੈਂਕ ਕਰਪਟ ਨਹੀਂ ਹੋਏ ਕਾਲਜ, ਉਹਨਾਂ ਨੇ ਸਿਰਫ ਗਵਰਨਮੈਂਟ ਤੋਂ ਫੰਡ ਡਿਮਾਂਡ ਕੀਤੀ ਆ। ਲੇਕਿਨ ਬਾਅਦ 'ਚ ਜਦੋਂ ਸਾਡਾ ਬਾਹਰਲੇ ਸਟੂਡੈਂਟਸ ਨਾਲ ਲਿੰਕ ਬਣਿਆ ਸਾਨੂੰ ਐਕਚੁਅਲ ਪਤਾ ਲੱਗਾ ਕਿ ਐਕਚੁਅਲ 'ਚ ਜੋ ਚੀਜ਼ ਉੱਥੇ ਹੋਈ ਆ ਉਹਨਾਂ ਨੇ ਆਪਣੇ ਆਪ ਨੂੰ ਬੈਂਕ ਕਰਪਟ ਸ਼ੋ ਕੀਤਾ। ਹਜੇ ਵੀ ਉਹ ਇਹ ਬੋਲ ਰਹੇ ਨੇ ਕਿ ਜਦੋਂ ਉਹਨਾਂ ਦੀ ਪ੍ਰਾਪਰਟੀ ਸੇਲ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹ ਉੱਥੇ ਦੇ ਜੋ ਬੈਂਕ ਦਾ ਪੈਸਾ ਹੈਗਾ, ਜੋ ਡੈਪਟ ਉਹਨਾਂ ਦਾ ਰਿਹਾ ਆ, ਉਹ ਪਹਿਲਾਂ ਉਹਨਾਂ ਨੂੰ ਦੇਣਗੇ। ਉਸ ਤੋਂ ਬਾਅਦ ਉੱਥੇ ਜਦੋਂ ਬੱਚੇ ਨੇ ਹਜੇ ਤੱਕ ਉਹਨਾਂ ਨੂੰ ਵੀ ਕਲੀਅਰ ਨਹੀਂ ਕੀਤਾ ਜਾ ਰਿਹਾ ਕਿ ਉਹਨਾਂ ਦਾ ਕੀ ਹੋਏਗਾ। ਅਸੀਂ ਇੱਥੇ ਬੈਠੇ ਹਾਂ, ਸਾਡੀ ਫੈਮਲੀਜ਼ ਨੇ, ਬਟ ਕੁਝ ਬੱਚੇ ਜਿਹੜੇ ਉੱਥੇ ਨੇ ਉਹਨਾਂ ਕੋਲ ਉਹਨਾਂ ਦੀ ਫੈਮਲੀਜ਼ ਵੀ ਨਹੀਂ ਨੇ। ਅਗਰ ਆਪਾਂ ਦੇਖੀਏ ਤਾਂ ਉਹ ਸਾਡੇ ਨਾਲੋਂ ਜ਼ਿਆਦਾ ਸਫਰ ਕਰ ਰਹੇ ਨੇ। ਉਹਨਾਂ ਨੂੰ ਸਡਨਲੀ 1 ਸਾਲ ਦੀ ਸਟੱਡੀ ਕੰਪਲੀਟ ਹੋਣ ਤੋਂ ਪਹਿਲਾਂ ਹੀ ਬੋਲ ਦਿੱਤਾ ਗਿਆ ਕਿ ਤੁਸੀਂ ਸੈਕੰਡ ਈਅਰ ਦੀ ਫੀਸ ਸਬਮਿਟ ਕਰਵਾਓ, ਇੱਕ ਡੇਟ ਦੇ ਦਿੱਤੀ ਗਈ। ਉਹਨਾਂ ਨੇ ਕਿੱਦਾਂ ਕਰਕੇ ਉਹ ਪੈਸੇ ਇਕੱਠਾ ਕੀਤਾ ਉਹੀ ਜਾਣਦੇ ਨੇ। ਔਰ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੀ 1.5 ਸਾਲ ਦੀ ਸਟੱਡੀ ਕੰਪਲੀਟ ਹੋ ਗਈ ਆ, 6 ਮੰਥਸ ਰਹਿੰਦੇ ਉਹਨਾਂ ਦੀ ਸਟੱਡੀ ਕੰਪਲੀਟ ਹੋਣ ਨੂੰ, ਤਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਹਾਡੀ ਜੋ ਕਲਾਸਿਸ ਨੇ ਉਹ ਕੰਟੀਨਿਊ ਨਹੀਂ ਹੋਣਗੀਆਂ। ਕਿਉਂ? ਕਿ ਉਹਨਾਂ ਨੇ ਪੈਸਾ ਨਹੀਂ ਲਾਇਆ, ਉਹ 2-2 ਸਾਲ ਦਾ ਇੱਥੋਂ ਵੀਜ਼ਾ ਲੈ ਕੇ ਗਏ ਨੇ, ਤੁਸੀਂ 1.5 ਸਾਲ ਬਾਅਦ ਉਹਨਾਂ ਨੂੰ ਬੋਲ ਰਹੇ ਹੋ ਕਿ ਉਹ ਉੱਥੇ ਆਪਣੀ ਸਟੱਡੀ ਕੰਟੀਨਿਊ ਨਹੀਂ ਕਰ ਸਕਦੇ। ਉਹ ਕੀ ਕਰਨਗੇ ਉੱਥੇ? ਅਸੀਂ ਵੀ ਉਨਾ ਹੀ ਸਫਰ ਕਰ ਰਹੇ ਹਾਂ ਕਿਉਂਕਿ ਅਸੀਂ ਵੀ 1.5 ਸਾਲ ਤੋਂ 2-2 ਸਾਲ ਤੋਂ ਆਪਣਾ ਜੋ ਹੈਗਾ ਬੈਂਕ ਦਾ ਲੋਨ ਦੇ ਰਹੇ ਹਾਂ। ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ ਲੋਨ ਦੀ ਕਿਸ਼ਤ EMIs ਨਾ ਦਿਓ, ਨਹੀਂ ਦਿੰਦੇ, ਬੈਂਕ ਵਾਲੇ ਘਰੇ ਆ ਕੇ ਬਹਿੰਦੇ ਆ। ਸਾਨੂੰ ਪਤਾ ਕਿ ਅਸੀਂ ਕਿੰਨਾ ਸਫਰ ਕਰ ਰਹੇ ਹਾਂ ਇਸ ਚੀਜ਼ ਤੋਂ। ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਸਾਡੇ ਨਾਲ ਆ ਕੇ ਖੜੋ। ਇਹ ਬਹੁਤ ਡਿਫਿਕਲਟ ਸਿਚੁਏਸ਼ਨ ਆ ਸਾਡੇ ਲਈ, ਆਪਾਂ ਬਹੁਤ ਜ਼ਿਆਦਾ ਸਫਰ ਕਰਦੇ ਪਏ ਹਾਂ। ਬੀਇੰਗ ਅ ਗਰਲ ਸਮਟਾਈਮਸ ਆਈ ਫੀਲ ਕਿ ਆਮ ਬਰਡਨ ਔਨ ਮਾਈ ਪੇਰੈਂਟਸ ਬਿਕੋਜ਼ ਇਟਸ ਟੂ ਡਿਫਿਕਲਟ ਫॉर them ਕਿ ਉਹ ਮਤਲਬ ਕਿਵੇਂ ਕਰਕੇ ਆਪਣੀ EMIs ਦਿੰਦੇ ਪਏ ਆ ਤੇ ਮਤਲਬ ਨਹੀਂ ਦੇ ਸਕਦੇ। ਇੱਕ ਪਰ ਮੰਥ ਆਪਾਂ 30 ਤੋਂ 40 ਹਜ਼ਾਰ EMI ਦੇ ਰਹੇ ਹਾਂ 18 ਲੱਖ ਦੇ ਲੋਨ ਦੀ, which is quite difficult for us to give back to the bank। ਅਸੀਂ ਸਿਰਫ ਇਹ ਚਾਹਨਾ ਹੈ ਕਿ ਜਿੰਨੀ ਛੇਤੀ ਹੋ ਸਕੇ ਸਾਨੂੰ ਸਾਡਾ ਰਿਫੰਡ ਦਿੱਤਾ ਜਾਵੇ ਕਿਉਂਕਿ ਅਸੀਂ ਉਹਦੇ ਲਈ ਐਲੀਜੀਬਲ ਆ, ਇਹ ਸਾਡਾ ਰਾਈਟ ਆ। ਕਿਉਂਕਿ ਇਹ ਗਵਰਨਮੈਂਟ ਨੇ ਉੱਥੇ ਦੀ ਪਾਲਿਸੀ ਬਣਾਈ ਆ, ਜਾਂ ਤਾਂ ਪਹਿਲਾਂ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰਨੀ ਚਾਹੀਦੀ ਸੀ ਕਿ ਤੁਸੀਂ ਸਟੱਡੀਜ਼ ਕਰ ਰਹੇ ਹੋ ਤਾਂ ਤੁਹਾਨੂੰ ਉੱਥੋਂ ਰਿਫੰਡ ਨਹੀਂ ਆਏਗਾ। ਆਲ ਆਫ ਸਡਨ ਤੁਸੀਂ ਬੱਚਿਆਂ ਨੂੰ ਬੋਲ ਦਿਓ ਕਿ ਤੁਹਾਡਾ ਰਿਫੰਡ ਵਾਪਿਸ ਨਹੀਂ ਆਏਗਾ ਤੇ ਬੱਚੇ ਕੀ ਕਰਨ? ਇਹ ਜਿਵੇਂ ਕਿ ਅਪਰੋਕਸੀਮੇਟ 1500 ਦੇ ਕਰੀਬ ਸਟੂਡੈਂਟਸ ਨੇ ਜਿਹੜੇ ਆਲਰੇਡੀ ਉਸ ਕਾਲਜਸ ਦੇ ਵਿੱਚ ਜਿਨ੍ਹਾਂ ਦੀਆਂ ਐਡਮਿਸ਼ਨ ਸੀਗੀਆਂ, ਜਿਨ੍ਹਾਂ ਵਿੱਚੋਂ 650 650 ਦੇ ਕਰੀਬ ਇੰਡੀਆ ਦੇ ਵਿੱਚ ਨੇ ਸਟੂਡੈਂਟ ਤੇ ਬਾਕੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ। ਹਾਂਜੀ, ਇਹ ਨਹੀਂ ਹੈ ਜੇ ਉਹਨਾਂ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ ਕਿਊਬਿਕ ਗਵਰਨਮੈਂਟ ਦੀ ਆ, ਕਿਉਂਕਿ ਕਿਊਬਿਕ ਗਵਰਨਮੈਂਟ ਨੇ DLI ਇਸ਼ੂ ਕੀਤੇ ਸੀ, ਡੈਜ਼ਿਗਨੇਟਿਡ ਲਰਨਿੰਗ ਲਾਇਸੈਂਸਿਸ, ਜਿਹੜੇ ਇਹ ਗਵਰਨਮੈਂਟ ਉਹਨਾਂ ਤੋਂ ਐਜ਼ ਅ ਸਿਕਿਉਰਿਟੀ ਫੰਡ ਜਾਂ ਜੋ ਵੀ ਕਮਿਸ਼ਨ ਉਹਨਾਂ ਤੋਂ ਲੈਂਦੀ ਆ ਕਿ ਇਨ ਫਿਊਚਰ ਇਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ ਤਾਂ ਉਹ ਗਵਰਨਮੈਂਟ ਹੈਂਡਲ ਕਰੇਗੀ। ਤੇ ਇਹ ਕੇਸ ਆਲਰੇਡੀ ਕੋਰਟ ਦੇ ਅੰਦਰ ਆ ਤੇ ਇਸੇ ਲਈ ਸਾਨੂੰ ਡਿਮਾਂਡ ਹੈ ਕਿ ਸਾਡੀ ਇੰਡੀਅਨ ਗਵਰਨਮੈਂਟ ਹੈ, ਸਾਡੇ ਜਿਹੜੇ PM ਮੋਦੀ ਰਿਸਪੈਕਟਡ ਅਥਾਰਟੀਜ਼ ਨੇ, ਉਹਨਾਂ ਦੇ ਅੱਛੇ ਲਿੰਕ ਨੇ ਕੈਨੇਡਾ ਦੇ ਨਾਲ,
ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ, ਸਾਡੀ ਹੰਬਲ ਰਿਕੁਐਸਟ ਹੈ ਕਿ ਉਹ ਸਾਡਾ ਇਹ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਅਸੀਂ 6 ਤੋਂ 8 ਮਹੀਨਿਆਂ ਤੋਂ ਇਸ ਚੀਜ਼ ਨੂੰ ਜੂਝ ਰਹੇ ਹਾਂ ਕਿ ਅਸੀਂ ਨਾ ਤਾਂ ਸਾਡੀ ਫਰਦਰ ਸਟੱਡੀਜ਼ ਹੋ ਰਹੀਆਂ ਤੇ ਸਾਡੀ ਉਹ ਵੀ ਫਰਦਰ ਸਟੱਡੀਜ਼ ਰੁਕ ਚੁੱਕੀਆਂ ਨੇ। ਹੁਣ ਪੇਰੈਂਟਸ ਵੀ ਇੱਕ ਵਾਰੀ ਅਤਰਾਉਂਦੇ ਨੇ ਵੀ ਸੈਕਿੰਡ ਟਾਈਮ ਅਸੀਂ ਪੈਸਾ ਲਾਈਏ ਕਿੱਥੇ ਲਾਈਏ, ਵੀ ਅਸੀਂ ਵੀ ਸਾਡਾ ਇੱਕ ਤਰ੍ਹਾਂ ਦਾ ਫਿਊਚਰ ਸਪੋਇਲ ਹੋ ਚੁੱਕਿਆ ਇੱਕ ਤਰ੍ਹਾਂ ਦਾ। ਹਾਂਜੀ, ਸਾਡੀ ਕੁਝ ਮਿਨਿਸਟਰਸ ਜਾਂ ਫਿਰ ਜਿਹੜੇ ਹੈਗੇ ਨੇ ਉਹਨਾਂ ਦੇ ਅੱਗੇ ਕੰਮ ਕਰਨ ਵਾਲੇ ਬੰਦੇ ਆ, ਉਹਨਾਂ ਨਾਲ ਕੁਝ ਗੱਲਾਂ ਹੋ ਰਹੀਆਂ ਨੇ। ਉਹ ਸਾਨੂੰ ਅਪੀਲ ਹੀ ਕੀਤੀ ਹੈ ਵੀ ਅਸੀਂ ਇਹ ਕਰਾਵਾਂਗੇ, ਬਟ ਹਾਲੇ ਤੱਕ ਕੋਈ ਐਸਾ ਐਕਸ਼ਨ ਲਿੱਤਾ ਨਹੀਂ ਗਿਆ ਉਹਨਾਂ ਦੀ ਤਰਫ। ਅਸੀਂ ਇਹੀ ਹੁਣ ਜਿਹੜੀ 10 ਤਰੀਕ ਦੀ ਸਾਡਾ ਪ੍ਰੋਟੈਸਟ ਹੈ, ਅਸੀਂ ਪ੍ਰੋਟੈਸਟ ਦੇ ਵਿੱਚ ਇਹੀ ਉਲੀਕ ਰਹੇ ਹਾਂ ਕਿ ਅਸੀਂ ਇੱਕ ਮੈਮੋਰੈਂਡਮ ਜਿਹੜਾ ਹੈ ਇੱਥੇ ਜਿਹੜੀ ਆਪਣੀ ਐਮਬੈਸੀ ਹੈ ਉੱਥੇ ਦਈਏ, ਤੇ ਇੱਕ ਅਸੀਂ ਫਰਦਰ ਅਸੀਂ ਡਿਸਾਈਡ ਕਰਾਂਗੇ। ਨਾਲ ਦੀ ਨਾਲ ਸਾਡੀਆਂ ਮੀਟਿੰਗਸ ਵੀ ਚੱਲ ਰਹੀਆਂ ਨੇ ਕਿ ਅਸੀਂ ਜਿਹੜਾ ਇਹ ਮੈਮੋਰੈਂਡਮ ਕਿੱਥੇ ਅਸੀਂ ਦਿੱਲੀ ਜਾ ਕੇ ਦਈਏ, ਧਰਨਾ ਦਈਏ, ਉੱਥੇ ਦਈਏ, ਕੀ ਕਰੀਏ ਤਾਂ ਕਿ ਸਾਡੀ ਜਿਹੜੀ ਐਕਸਟਰਨਲ ਮਿਨਿਸਟਰੀ ਜਿਹੜੀ ਦੇਖਦੀ ਆ ਉਹ ਸਾਡੇ ਨਾਲ ਆਵੇ ਤੇ ਉੱਥੋਂ ਦੀ ਗਵਰਨਮੈਂਟ ਤੇ ਇੱਕ ਪ੍ਰੈਸ਼ਰ ਕ੍ਰੀਏਟ ਕਰਕੇ, ਤਾਂ ਕਿ ਕਿਉਂਕਿ ਦੇਖੋ ਇਹ ਮਸਲਾ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ ਤੇ ਉੱਥੋਂ ਦੀ ਗਵਰਨਮੈਂਟ ਤੇ ਪ੍ਰੈਸ਼ਰ ਇੱਕ ਬਿਲਡ ਅਪ ਕਰੀਏ ਤਾਂ ਕਿ ਸਾਨੂੰ ਜਸਟਿਸ ਮਿਲੇ। ਕਿਉਂਕਿ ਕਿਤੇ ਨਾ ਕਿਤੇ ਜਿਹੜਾ ਇਹ ਪੈਸਾ ਇਹ ਤਾਂ ਇੰਡੀਆ ਦਾ ਹੀ ਆ ਤੇ ਅਸੀਂ ਉਹੀ ਦੇਖ ਰਹੇ ਹਾਂ। ਹੁਣ ਤੁਸੀਂ ਸਾਡੀ ਜਿਵੇਂ ਸਾਰੇ ਇੱਥੇ ਪੰਜਾਬ 'ਚ ਇਲੈਕਸ਼ਨ ਦਾ ਦੌਰ ਹੈ, ਹਰ ਕੋਈ ਲੀਡਰ, ਹਰ ਕੋਈ ਐਮਐਲਏ ਇਹੀ ਕਹਿ ਰਿਹਾ ਕਿ ਪੰਜਾਬ ਦਾ ਯੂਥ ਬਾਹਰ ਜਾ ਰਿਹਾ। ਯੂਥ ਬਾਹਰ ਕਿਉਂ ਜਾਊਗਾ ਜਦੋਂ ਉਹਦੇ ਕੋਲੇ ਇੱਥੇ ਕੋਈ ਹੈ ਹੀ ਨਹੀਂ, ਕੋਈ ਓਪਰਚੁਨਿਟੀ ਨਹੀਂ ਹੈ, ਉਹਨਾਂ ਨੂੰ ਪ੍ਰੋਪਰ ਜੌਬਸ ਨਹੀਂ ਹੈਗੀਆਂ, ਇਸ ਲਈ ਅਸੀਂ ਬਾਹਰ ਜਾ ਰਹੇ ਹਾਂ। ਕਿਸੇ ਨੇ ਲੋਨ ਤੇ ਪੈਸੇ ਚੱਕ ਕੇ ਲਾਏ ਆ, ਕਿਸੇ ਨੇ ਕਮਾ ਕੇ ਲਾਏ ਆ, ਕਿਤੇ ਨਾ ਕਿਤੇ ਮਿਹਨਤ ਦੇ ਪੈਸੇ ਆ ਉਹਨਾਂ ਦੇ, ਤੇ ਜਿਨ੍ਹਾਂ ਨੇ ਲੋਨ ਤੇ ਚੱਕੇ ਆ ਉਹ ਆਪਣੇ ਕਿੰਨੀਆਂ EMIs ਦੇ ਰਹੇ ਨੇ। ਤੇ ਕਿਤੇ ਨਾ ਕਿਤੇ ਅਸੀਂ ਇੱਥੋਂ ਦੀ ਜਿਹੜੀ ਆਪਣੀ ਸਰਕਾਰਾਂ ਨੇ ਇਹਨਾਂ ਨੂੰ ਅਸੀਂ ਜ਼ਿੰਮੇਵਾਰ ਸਮਝਦੇ ਹਾਂ ਤੇ ਅਸੀਂ ਸਰਕਾਰਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਜਾਂ ਤਾਂ ਸਾਡੇ ਲਈ ਇੱਥੇ ਕੋਈ ਨਾ ਕੋਈ ਓਪਰਚੁਨਿਟੀ ਕ੍ਰੀਏਟ ਕਰ ਦਿਓ ਤਾਂ ਕਿ ਅਸੀਂ ਬਾਹਰ ਜਾਣ ਦਾ ਸੋਚੀਏ ਨਾ। ਜਦੋਂ ਅਸੀਂ ਜੇ ਬਾਹਰ ਜਾਣ ਦਾ ਸੋਚਦੇ ਹਾਂ ਤਾਂ ਜਿਵੇਂ ਇੱਥੋਂ ਦੇ ਜਿਹੜੇ ਕੰਸਲਟੈਂਟ ਨੇ ਤਾਂ ਇਹਨਾਂ ਤੇ ਵੀ ਇੱਕ ਤਰ੍ਹਾਂ ਦਾ ਦੇਖਿਆ ਜਾਵੇ, ਇਹਨਾਂ ਤੇ ਵੀ ਕੋਈ ਚੈੱਕ ਪੁਆਇੰਟ ਬਣੇ ਕਿ ਇਹ ਸਹੀ ਵੀ ਡੀਲ ਕਰਦੇ ਆ, ਉੱਥੋਂ ਦੇ ਚੰਗੇ ਕਾਲਜਿਸ 'ਚ ਵੀ ਭੇਜਦੇ ਆ। ਹੁਣ ਅਸੀਂ ਸਾਰਿਆਂ ਨੇ ਨਾਮਵਰ ਕੰਸਲਟੈਂਟ ਤੋਂ ਫਾਈਲਾਂ ਲਵਾਈਆਂ ਸੀ ਤੇ ਕਿਤੇ ਨਾ ਕਿਤੇ ਹੁਣ ਸਾਡੇ ਘਰਦਿਆਂ ਨੂੰ ਵੀ ਇਹੀ ਸੀ ਕਿ ਚੰਗੇ ਕੰਸਲਟੈਂਟ ਤੋਂ ਫਾਈਲ ਲਗਾਈ ਜਾਵੇ ਤੇ ਅਸੀਂ ਲਾਈ ਵੀ ਆ ਉਹਨਾਂ ਤੋਂ। ਹੁਣ ਉਹੀ ਕੰਸਲਟੈਂਟ ਸਾਨੂੰ ਕੋਈ ਉਹਨਾਂ ਦਾ ਸੈਟੀਸਫੈਕਟਰੀ ਆਨਸਰ ਨਹੀਂ ਹੈਗਾ ਕਿ ਅਸੀਂ ਕਰਨਾ ਕੀ ਹੈ, ਉਹ ਕੀ ਕਰ ਰਹੇ ਨੇ ਸਾਡੇ ਲਈ। ਉਹ ਸਾਰਿਆਂ ਦਾ ਕਮਿਸ਼ਨ ਜਿਹੜਾ ਕੀ ਹੈ ਏਜੰਟਸ ਦਾ ਜੁੜਿਆ ਹੁੰਦਾ, ਤਾਂ ਏਜੰਟਸ ਦਾ ਤਕਰੀਬਨ ਕਿਤੇ ਨਾ ਕਿਤੇ ਕਮਿਸ਼ਨ ਆ ਗਿਆ। ਹੁਣ ਕਿਸੇ ਨੂੰ ਕੋਈ ਦਰਦ ਨਹੀਂ ਸਟੂਡੈਂਟ ਦਾ, ਕੋਈ ਉਹ ਨਹੀਂ, ਕਿਉਂਕਿ ਅੱਜ ਵੀ ਜਿਹੜੇ ਸਟੂਡੈਂਟ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਅੱਜ ਵੀ ਉਹਨਾਂ ਕੋਲੇ ਜਾ ਰਹੇ ਨੇ, ਉਹ ਕਈ ਕਾਲਜਿਸ ਦੇ ਵਿੱਚ ਅਪਲਾਈ ਕਰਵਾ ਰਹੇ ਨੇ ਏਜੰਟਸ। ਪਰ ਕਿਤੇ ਨਾ ਕਿਤੇ ਇੱਥੇ ਸਾਡੀ ਸਰਕਾਰ ਦੀਆਂ ਨਾਕਾਮਯਾਬੀਆਂ ਨੇ ਤਾਂ ਕਿਉਂਕਿ ਸਟੂਡੈਂਟ ਬਾਹਰ ਦਾ ਸੋਚ ਰਹੇ ਨੇ। ਸਾਡੀ ਇਹੀ ਰਿਕੁਐਸਟ ਹੈ ਕਿ ਇੱਥੋਂ ਦੀ ਗਵਰਨਮੈਂਟ, ਇੱਥੋਂ ਦੇ MPs ਤੇ ਐਕਸਟਰਨਲ ਮਿਨਿਸਟਰੀ ਉੱਥੋਂ ਦੀ ਗਵਰਨਮੈਂਟ ਤੇ ਕ੍ਰੀਏਟ ਕਰੇ ਐਫਰਟ, ਉਹਨਾਂ ਤੇ ਆਪਣਾ ਪ੍ਰੈਸ਼ਰ ਬਣਾਵੇ, ਐਫਰਟ ਕਰਨ ਕਿ ਉਹਨਾਂ ਤੇ ਪ੍ਰੈਸ਼ਰ ਬਿਲਡਅਪ ਹੋਵੇ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਸਾਡੇ ਹੱਕ ਦੇ ਪੈਸੇ ਨੇ, ਸਾਡੇ ਇੰਡੀਆ ਦੇ ਪੈਸੇ ਨੇ, ਉਹ ਵਾਪਸ ਆ ਜਾਣ। ਕਿਉਂਕਿ ਕਿਤੇ ਨਾ ਕਿਤੇ ਅਸੀਂ ਆਪਣੇ 2 ਸਾਲ ਜ਼ਿੰਦਗੀ ਦੇ ਜਿਹੜੇ ਕੀਮਤੀ, ਜਿਹੜੀ 22, 23, 24, 25 ਸਾਲ ਦੀ ਏਜ ਹੁੰਦੀ ਹੈ ਜਿਹਦੇ 'ਚ ਅਸੀਂ ਕੁਝ ਕਰਨਾ ਹੁੰਦਾ, ਉਹ ਅਸੀਂ ਕਿਤੇ ਨਾ ਕਿਤੇ ਆਪਣੇ ਖਰਾਬ ਕਰ ਲਏ ਆ। ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਮਾਂ ਤਾਂ ਬਰਬਾਦ ਹੋ ਗਿਆ ਤੇ ਸਾਡੇ ਪੈਸੇ ਵੀ ਕਿਤੇ ਨਾ ਕਿਤੇ ਖਰਾਬ ਹੋ ਜਾਣ। ਸਾਡੇ ਪੈਸੇ ਵੀ ਆਉਣ ਤੇ ਸਮਾਂ ਅਸੀਂ ਕਿਤੇ ਨਾ ਕਿਤੇ, ਹੁਣ ਜਿਹੜਾ ਕੁਝ ਕੁ ਬੱਚੇ, ਕੁਝ ਨਹੀਂ ਬਹੁਤੇ ਬੱਚੇ ਇੱਦਾਂ ਦੇ ਨੇ ਜਿਹੜੇ ਹੁਣ ਡਿਪਰੈਸ਼ਨ 'ਚ ਚਲੇ ਗਏ ਤੇ ਉਹ ਇਸ ਬਾਰੇ ਮੁੱਦੇ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ। ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਸਮਝ ਹੀ ਨਹੀਂ ਹੈ। ਜੇ ਉਹਨਾਂ ਨਾਲ ਗੱਲ ਕਰੋ ਤਾਂ ਉਹ ਫੇਰ ਕਿਤੇ ਨਾ ਕਿਤੇ ਡਿਪਰੈਸ਼ਨ 'ਚ ਜਾਂਦੇ ਨੇ ਤੇ ਫੇਰ ਕਿਤੇ ਨਾ ਕਿਤੇ ਉਹ ਬਿਮਾਰੀਆਂ ਦਾ ਅੱਗੇ ਉਹਨਾਂ ਨੇ ਸ਼ਿਕਾਰ ਹੋਣਾ ਤੇ ਉਹਨਾਂ ਨੇ ਅੱਗੇ ਆਪਣੇ ਦੇਸ਼ ਨੂੰ ਇੱਕ ਫਿਊਚਰ ਦੇਣਾ ਸੀ, ਕਿਸੇ ਨੇ ਕੁਝ ਬਣਨਾ ਸੀ। ਜਿਵੇਂ ਹੁਣ ਸਾਡੀਆਂ ਸਟੱਡੀਜ਼ ਸੀਗੀਆਂ, ਅਸੀਂ ਕਿਸੇ ਨੇ ਉੱਥੇ ਸੈਟਲ ਹੋਣਾ ਸੀ ਜਾਂ ਕਿਸੇ ਨੇ ਇੱਥੇ ਆ ਕੇ ਆਪਣਾ ਇੰਡੀਆ ਲਈ ਸੇਵਾ ਕਰਨੀ ਸੀ, ਤਾਂ ਉਹ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਸਾਡਾ ਉਹ ਸਾਰਾ ਕੁਝ ਸਪੋਇਲ ਹੋ ਗਿਆ। ਤੇ ਹੁਣ ਸਾਡੀ ਡਿਮਾਂਡ ਹੈ ਕਿ ਸਾਡਾ ਜਿਹੜਾ ਰੀਫੰਡ ਦਾ ਪ੍ਰੋਸੈਸ ਹੈ ਉਹ ਜਲਦੀ ਤੋਂ ਜਲਦੀ ਹੋ ਸਕੇ। ਇੱਕ ਪੁਆਇੰਟ ਮੈਂ ਕਲੀਅਰ ਕਰਨਾ ਚਾਹੂੰਗਾ ਕਿ ਜਿਹੜੀ ਗਵਰਨਮੈਂਟ, ਕੈਨੇਡੀਅਨ ਗਵਰਨਮੈਂਟ ਦਾ ਲਾਅ ਆ, ਉਹ ਕਹਿੰਦਾ ਹੈ ਕਿ ਜਦੋਂ ਤੁਹਾਨੂੰ ਰਿਫਿਊਜ਼ਲ ਆ ਜਾਂਦੀ ਆ ਵਿਦਿਨ ਮੰਥ ਦੇ ਅੰਦਰ ਤੁਹਾਡਾ ਰਿਫੰਡ ਦੇ ਲਈ ਤੁਸੀਂ ਐਲੀਜੀਬਲ ਹੋ ਪੂਰਾ ਦਾ ਪੂਰਾ ਲੈਣ ਲਈ। ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਫੀਸ ਆ ਉਹ ਕੱਟਣ ਤੋਂ ਬਾਅਦ ਤੁਹਾਡਾ ਪੂਰਾ ਦਾ ਪੂਰਾ ਬਾਕੀ ਦੀ ਜਿਹੜੀ ਅਮਾਊਂਟ ਆ ਤੁਹਾਡੇ ਖਾਤੇ 'ਚ ਵਿਦਿਨ ਮੰਥ 'ਚ ਪਾਈ ਜਾਏਗੀ। ਉਹ ਵਿਦਿਨ ਮੰਥ ਕਿਵੇਂ ਸੀਗੀ, ਜਿਹੜੀ ਤੁਹਾਡੀ ਪ੍ਰੋਸੈਸ ਸਿਸਟਮ ਹੈ ਬੈਂਕ ਦਾ, ਉਹ ਤਾਂ ਲੱਗਦਾ ਸੀ। ਬਟ ਹੁਣ ਸਾਨੂੰ 6 ਤੋਂ 8 ਮਹੀਨੇ ਹੋ ਗਏ, ਸਾਨੂੰ ਰਿਫੰਡ ਹੀ ਨਹੀਂ ਆਇਆ, ਸਾਡਾ ਕੋਈ ਪੈਸਾ ਹੀ ਨਹੀਂ ਮੁੜਿਆ ਹੈਗਾ ਉੱਥੋਂ। ਸਾਨੂੰ ਹੁਣ ਅਪੀਲ ਹੈ ਸਾਡੀ, ਜਿਹੜੀ ਕਹਿੰਦੇ ਨਾ ਕੈਨੇਡਾ ਇੱਕ ਹਿਊਮੈਨਿਟੀ ਨੂੰ ਪ੍ਰੈਫਰ ਕਰਦਾ ਹੈ, ਤੇ ਹੁਣ ਉਹਨਾਂ ਨੂੰ ਇੱਕ ਹਿਊਮੈਨਿਟੀ ਸਾਡੇ ਉੱਤੇ ਵੀ ਦਿਖਾਣੀ ਚਾਹੀਦੀ ਹੈ ਕਿ ਇੰਨੇ ਬੱਚੇ ਸਫਰ ਕਰ ਰਹੇ ਨੇ। ਤੇ ਸਾਡੀ ਜਿਹੜੀ ਹੈ ਜਿੱਦਾਂ ਗੁਰਸ਼ਰਨ ਭਾਈ ਜੀ ਨੇ ਹੁਣ ਕਲੀਅਰ ਕੀਤਾ ਹੈ ਕਿ ਸਾਡੀ ਇਹੀ ਏਜ ਹੁੰਦੀ ਹੈ ਕੁਝ ਕਰਨ ਲਈ। ਬਾਕੀ ਸਾਡੇ ਇੰਡੀਅਨ ਦੇ ਜੋ ਯੰਗਸਟਰ ਨੇ ਉਹ ਕੁਛ ਨਾ ਕੁਛ ਪੋਸਟਸ ਤੇ ਇਸ ਤੇ ਚਲੇ ਜਾਂਦੇ ਨੇ,
ਕਿਉਂਕਿ ਕੁਝ ਮੇਰੇ ਏਰੀਆ ਦੇ ਨੇ ਉਹ 22 ਦੀ ਏਜ 'ਚ ਇੱਕ ਸਾਡੇ ਸੀਗੇ ਰਾਹੁਲ ਮੜੀਆ, ਉਹ ਜੱਜ ਬਣ ਚੁੱਕੇ ਸੀਗੇ ਤੇ ਹੁਣ ਸਾਨੂੰ ਇਸ ਏਜ 'ਚ ਪ੍ਰੋਟੈਸਟ ਕਰਨਾ ਪੈ ਰਿਹਾ ਕਿਹਦੇ ਲਈ? ਸਾਡੀ ਖੁਦ ਦੀ ਮਨੀ ਦੇ ਲਈ, ਸਾਡੀ ਆਪਦੇ ਪੈਸਿਆਂ ਲਈ ਅਸੀਂ ਲੜ ਰਹੇ ਹਾਂ। ਸਾਡੀ ਕਿੰਨੀ ਸ਼ਰਮਨਾਕ ਇਹ ਗੱਲ ਹੈ ਸਾਡੇ ਲਈ, ਸਾਡੇ ਯੂਥ ਲਈ ਇਹ, ਕਿ ਅਸੀਂ ਆਪਦੇ ਹੀ ਪੈਸਿਆਂ ਲਈ ਉਹਨਾਂ ਨੂੰ ਡਿਮਾਂਡ ਕਰ ਰਹੇ ਹਾਂ ਵੀ ਸਾਨੂੰ ਵਾਪਸ ਦਿਓ, ਤੇ ਉਹ ਸਾਡਾ ਸੁਣ ਹੀ ਨਹੀਂ ਰਹੇ ਹੈ ਕੁਝ ਵੀ, ਤੇ ਕੋਈ ਇਲੀਗਲ ਐਕਸ਼ਨ ਨਹੀਂ ਲੈ ਰਹੇ ਹੈਗੇ ਇਸ ਚੀਜ਼ ਤੇ। ਸਾਡੀ ਹੁਣ ਇੱਕ ਹੰਬਲ ਰਿਕਵੈਸਟ ਹੈ ਉਹਨਾਂ ਨੂੰ ਕਿ ਸਾਡੇ ਨਾਲ ਆ ਕੇ ਜੁੜੋ। ਜਿਹੜੀ ਕੈਨੇਡਾ ਦੀ ਇੱਕ ਕਹਿੰਦੇ ਆ ਕਿ ਉਹ ਹਿਊਮੈਨਿਟੀ ਨੂੰ ਪ੍ਰੈਫਰ ਕਰਦੀ ਆ, ਉਹ ਸਾਡੇ ਤੇ ਹੁਣ ਦਿਖਾਈ ਜਾਵੇ। ਤੇ ਹੁਣ ਜਿੰਨੇ ਸਟੂਡੈਂਟਸ ਜਿਨ੍ਹਾਂ ਤੱਕ ਇਹ ਗੱਲ ਹਾਲੇ ਤੱਕ ਬਹੁਤ ਸਾਰੇ ਸਟੂਡੈਂਟਸ ਨੇ, ਉਹਨਾਂ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਵੀ ਉਹਨਾਂ ਨਾਲ ਹੋ ਕੀ ਰਿਹਾ ਹੈ। ਸਾਡੇ ਵੱਲੋਂ ਜਿਹੜਾ ਡਾਟਾ ਕਲੈਕਟਡ ਹੋਇਆ ਹੈ 200 ਤੋਂ 250 ਸਟੂਡੈਂਟਸ ਦਾ ਡਾਟਾ ਕਲੈਕਟਡ ਹੋਇਆ ਹੈ। ਬਾਕੀ ਸਟੂਡੈਂਟ ਸਾਹਮਣੇ ਨਹੀਂ ਆ ਰਹੇ ਹੈਗੇ ਵੀ ਉਹਨਾਂ ਨੂੰ ਹੱਥ ਜੋੜ ਕੇ ਸਾਡੀ ਅਪੀਲ ਹੈ ਕਿ ਉਹ ਸਾਡੇ ਨਾਲ ਆ ਕੇ ਸਾਡੇ ਨਾਲ ਖੜਨ, ਕਿ ਆਪਦਾ ਜਿਹੜਾ ਹੱਕ ਦਾ ਪੈਸਾ ਹੈ ਉਹ ਵਾਪਸ ਲੈ ਕੇ ਜਾਣ, ਜਿਹੜੀ ਉਧਰ ਦੀ ਗਵਰਨमेंट ਤੋਂ ਜਿਹੜਾ ਸਾਡਾ ਉੱਤੇ ਸਟਕ ਹੋਇਆ ਹੈ। थैंक यू जी। कंडीशन यही थी कि आप रिफंड जो होता है प्रोसेस कर दिए जाते हैं सारे डॉक्यूमेंट के साथ, आपका रिफ्यूजल लेटर प्लस अपना LOA जो एक्सेप्टेड होता है, वो फीस रिसीट होती है, वो सब लगा के दिया जाता है। और एक बात और जो मैं यहाँ क्लियर करना चाहूंगा, सबसे पहले कि हमने जो कोरियर करे हैं कनाडा गवर्नमेंट को, जो डॉक्यूमेंट कोरियर करे हैं हमने वो भी किए हैं, उसका एक लीगल प्रोसेस है कि अगर आप कनाडा गवर्नमेंट को कोई भी डॉक्यूमेंट या कोरियर करते हो रिफंड के रिगार्डिंग, उसका विद इन कुछ टाइम पीरियड है, लिमिट टाइम पीरियड 10 से 12 डे या 15 डेज होते हैं, उसके अंदर आपको पूरा का पूरा रिफंड मतलब प्रोसेस कर दिया जाएगा। बट वो भी हमको नवंबर के अंदर हमने किया था, विद इन मंथ हमने लाइक 15 नवंबर को हमने यहाँ से कोरियर करवाया था। उन्होंने 28 को एक्सेप्टेड किया है। हमारे पास जो ट्रैकिंग आईडी है उसके ऊपर एक्सेप्टेड आया हुआ है 28 नवंबर का, बट अभी तक उसके ऊपर भी कोई ऐसा प्रोसेस स्टार्ट नहीं किया गया। जो हमारा मेन मुद्दा है, यहाँ से कुछ बच्चे हैं कि उनका एक तो कई बच्चे तो ऐसे हैं कि अभी कंटिन्यू स्टडी कर रहे हैं, कोई उनका वो नहीं आया, रिजल्ट ही नहीं आया। और कुछ बच्चे ऐसे हैं कि जिनका रिजल्ट आया हुआ है वो ट्रैवल कैसे करें, क्योंकि बिना स्पोर्ट लेटर के वो ट्रैवल नहीं कर सकते। ਹੁਣ ਜਿਵੇਂ ਕਿ ਇੱਕ ਹੋਰ ਗੱਲ ਹੈ, ਜਿਹੜੇ ਕਿ ਇੱਥੋਂ ਦੇ ਆਪਣੇ ਐਜੂਕੇਸ਼ਨਲ ਕੰਸਲਟੈਂਟ ਨੇ ਜਿਹੜੇ ਬਾਹਰ ਭੇਜਦੇ ਨੇ, ਉਹਨਾਂ ਨੇ ਹਲੇ ਤੱਕ ਬੱਚਿਆਂ ਨੂੰ ਹਨੇਰੇ 'ਚ ਰੱਖਿਆ ਹੋਇਆ। ਇਹ ਵੀਰ ਸਾਡੇ ਨਾਲ ਆਇਆ, ਇਹ ਸਟੂਡੈਂਟ ਹੈ ਵੀ M ਕਾਲਜ ਦਾ ਵਿਕਟਮ ਹੈ ਵੀ, ਤਾਂ ਇਹਨੂੰ ਪਤਾ ਹੀ ਨਹੀਂ ਸੀ ਕੱਲ ਤੱਕ ਕਿ ਰੀਫੰਡ ਆਉਣਾ ਨਹੀਂ ਆਉਣਾ, ਕਿਉਂਕਿ ਏਜੰਟ ਉਹਨੂੰ ਇਹੀ ਕਹੀ ਜਾਂਦੇ ਆ ਕਿ ਰੀਫੰਡ ਅੰਡਰ ਪ੍ਰੋਸੈਸ ਹੈ। ਕਿਉਂਕਿ ਕਈ ਵਾਰੀ ਬੱਚਾ ਇਹ ਵੀ ਹੁੰਦਾ ਕਿ ਇੰਨਾ ਜ਼ਿਆਦਾ ਦੇਖ ਨਹੀਂ ਪਾਉਂਦਾ ਕਿ ਚੱਲ ਕੀ ਰਿਹਾ। ਇਹਨਾਂ ਨੂੰ ਵੀ ਕੱਲ ਹੀ ਪਤਾ ਲੱਗਿਆ। ਤੇ ਬਈ ਦੱਸੋ ਤੁਸੀਂ। ਸਾਡੇ ਏਰੀਏ ਵਿੱਚ ਕੋਈ ਅਹਿਸਾਸ ਹੀ ਨਹੀਂ ਹੋਣ ਦੇ ਰਹੇ ਬੱਚੇ ਨੂੰ ਕਿ ਪ੍ਰੋਬਲਮ ਵੀ ਹੈਗੀ ਆ। ਮੇਰਾ ਨਾਮ ਦੀਪਕ ਕੁਮਾਰ ਆ ਜੀ, ਤੇ ਨਵਾਂ ਸ਼ਹਿਰ ਤੋਂ ਮੈਂ, ਤੇ ਕੈਨਮ ਕੰਸਲਟੈਂਟ ਤੋਂ ਫਾਈਲ ਲਗਾ, ਉਹ ਤੁਹਾਨੂੰ ਦੱਸ ਹੀ ਨਹੀਂ ਰਹੇ। ਸਾਨੂੰ ਇਹੀ ਕਹਿ ਰਹੇ ਕਿ ਕੱਲ ਵੀ ਬੱਚੇ ਦਾ ਰਿਫੰਡ ਆਇਆ। ਜਦ ਮੈਂ ਕਹਿ ਰਿਹਾ ਕਿ ਮੈਨੂੰ ਉਹਨਾਂ ਬੱਚੇ ਨਾਲ ਗੱਲ ਕਰਾ ਦਿਓ, ਤਾਂ ਕਹਿ ਰਹੇ ਕਿ ਪ੍ਰਾਈਵੇਸੀ ਪੋਲਿਸੀ, ਅਸੀਂ ਉਹਨਾਂ ਨਾਲ ਗੱਲ ਨਹੀਂ ਕਰਾ ਸਕਦੇ। ਫਿਰ ਜਦ ਮੈਂ ਆਪਣੇ ਲੈਵਲ ਤੇ ਰਿਸਰਚ ਕੀਤੀ ਤਾਂ ਪਤਾ ਲੱਗਾ ਕਿ ਇਹ ਇਸ਼ੂ ਹੋ ਰਿਹਾ। ਜਿਹੜੇ ਉਹ ਆ ਤੇ ਜਿਹੜੇ ਪੈਸੇ ਵੀ ਆ, ਇਹ ਸਾਡੇ ਮੇਰੇ ਇਕੱਲੇ ਦੀ ਸੇਵਿੰਗ ਨਹੀਂ, ਪਿਛਲੇ ਫੈਮਿਲੀ ਨੇ ਜਿਹੜੇ 20 ਸਾਲ ਤੋਂ ਕੰਮ ਕੀਤਾ, ਸਾਰੀ ਫੈਮਿਲੀ ਪੂਰੀ ਫੈਮਿਲੀ ਦੀ ਸੇਵਿੰਗ ਆ। ਜੇ ਸਾਨੂੰ ਕੁਝ ਹੁੰਦਾ ਆ ਤਾਂ ਪੂਰੀ ਫੈਮਿਲੀ ਨਾਲ ਬਰਬਾਦ ਹੋ ਰਹੀ ਬੱਚੇ ਦੀ। ਤੇ ਸਭ ਤੋਂ ਵੱਡਾ ਮੇਨ ਮੁੱਦਾ ਇਹੀ ਆ, ਮੋਸਟਲੀ ਕੰਸਲਟੈਂਟ ਜਿਹੜੇ ਬਣੇ ਉਹ ਬੱਚਿਆਂ ਕਰਕੇ ਬਣੇ ਆ। ਜੇ ਬੱਚੇ ਬਾਹਰ ਜਾਂਦੇ ਤਾਂ ਹੀ ਉਹਨਾਂ ਦੇ ਹਰ ਜਗ੍ਹਾ ਤੇ ਆਫਿਸ ਹੈਗੇ ਆ, ਪੰਜਾਬ ਵਿੱਚ ਹਰ ਜਗ੍ਹਾ ਤੇ ਆ ਬੜੇ ਏਜੰਟਸ ਦੇ ਆਫਿਸ, ਤੇ ਉਹ ਬੱਚਿਆਂ ਕਰਕੇ। ਤੇ ਇਸ ਟਾਈਮ ਵੀ ਬੱਚੇ ਨੂੰ, ਜੇ ਹੁਣ ਮਾੜੇ ਟਾਈਮ ਤੇ ਨਹੀਂ ਖੜੇ, ਤਾਂ ਬੱਚਿਆਂ ਨੂੰ ਵੀ ਚਾਹੀਦਾ ਕਿ ਅੱਗੇ ਉਹਨਾਂ ਕੋਲ ਫਾਈਲ ਨਾ ਪ੍ਰੋਸੈਸ ਕਰਾਈ ਜਾਵੇ, ਕਿਉਂਕਿ ਉਹ ਸਾਡੇ ਕਰਕੇ ਹੀ ਬਣੇ ਆ। ਉਹਨਾਂ ਦੇ ਹਰ ਜਗ੍ਹਾ ਆਫਿਸ, ਸਾਰੀ ਉਹਨਾਂ ਦੀ ਪੇਮੈਂਟ ਸਰਕਲ ਹਾਇਰਾਰਕੀ ਜਿਹੜਾ ਵੀ ਆ, ਉਹ ਬੱਚਿਆਂ ਦੇ ਪੈਸੇ ਤੋਂ ਹੀ ਬਣਦੇ ਆ। ਤੇ ਉਹ ਇਸ ਟਾਈਮ ਸਾਨੂੰ ਪਹਿਲਾਂ ਤਾਂ ਹਨੇਰੇ ਵਿੱਚ ਰੱਖ ਰਹੇ, ਤੇ ਹੁਣ ਕਹਿ ਰਹੇ ਆ ਸਾਡਾ ਕੋਈ ਰੋਲ ਨਹੀਂ ਵਿੱਚ, ਜਦ ਕਿ ਸਾਨੂੰ ਤਾਂ M ਕਾਲਜ ਦਾ ਪਤਾ ਵੀ ਨਹੀਂ ਸੀਗਾ। ਉਹਨਾਂ ਨੇ ਸਾਨੂੰ ਰਿਕਮੈਂਡ ਕੀਤਾ, ਉਹਨਾਂ ਤੇ ਟਰਸਟ ਕਰਕੇ ਅਸੀਂ M ਕਾਲਜ ਨੂੰ ਪੈਸੇ ਦਿੱਤੇ ਆ। ਅਸੀਂ ਤਾਂ ਪਰਸਨਲੀ ਨਹੀਂ ਜਾਣਦੇ ਸੀ M ਕਾਲਜ ਨੂੰ। ਤੇ ਹੁਣ ਉਹ ਕਹਿ ਰਹੇ ਕਿ ਤੁਹਾਡੀ ਆਪਣੀ ਚੋਇਸ ਸੀਗੀ, ਤੇ ਹੁਣ ਤੁਸੀਂ ਜਦੋਂ ਤਾਂ ਪ੍ਰੋਫਿਟ ਆ ਰਿਹਾ ਸੀ ਤਾਂ ਉਹ ਏਜੰਟ ਦਾ, ਜਦੋਂ ਹੁਣ ਲੋਸ ਹੋਇਆ ਤਾਂ ਉਹ ਇਕੱਲੇ ਬੱਚੇ ਦੇ ਤੇ ਏਜੰਟ ਵੀ ਸਾਡੇ ਨਾਲ ਸਟੈਂਡ ਨਹੀਂ ਕਰ ਰਹੇ ਆ। ਸਭ ਤੋਂ ਵੱਡੀ ਗੱਲ, ਉਹ ਇਨਫੋਰਮੇਸ਼ਨ ਹੀ ਨਹੀਂ ਪਾਸ ਕਰ ਰਹੇ ਆ। ਸਾਨੂੰ ਖੁਦ ਬਹੁਤ ਸਟਰਗਲ ਕਰਨੀ ਪੈ ਰਹੀ ਆ। ਉਹ ਇਹੀ ਕਹਿ ਰਹੇ ਆ ਕਿ ਆ ਜਾਣੇ ਪੈਸੇ। ਤੇ ਮੈਨੂੰ ਹੁਣ ਕਹਿ ਰਹੇ ਸੀ ਕਿ 15 ਤਰੀਕ ਤੱਕ ਵੇਟ ਕਰ ਲਓ, 15 ਤਰੀਕ ਤੱਕ ਤੁਹਾਡਾ ਰਿਫੰਡ ਆ ਜਾਣਾ। ਮੈਂ ਜੇ ਨਾ ਪਤਾ ਲੱਗਦਾ ਤਾਂ ਮੈਂ ਹਜੇ ਵੀ ਸ਼ਾਇਦ ਉਹੀ ਉਮੀਦ 'ਚ ਉਸੇ ਹਿਸਾਬ ਨਾਲ ਪਲਾਨ ਕਰੀ ਜਾ ਰਿਹਾ। ਇੱਕ ਜਿਹੜੀ ਸਾਡੀ GIC ਫੀਸ ਹੁੰਦੀ ਆ 6 ਲੱਖ ਦੇ ਡਾਲਰ, 6 ਲੱਖ ਰੁਪਏ, $10,000। ਤੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮੇਰੇ ਪੈਸੇ ਨੂੰ ਇੰਨਾ ਟਾਈਮ ਲੱਗਣਾ, ਮੇਰੀ ਫਾਈਲ ਦੁਆਰਾ ਪ੍ਰੋਸੈਸ ਨਹੀਂ ਹੋਣੀ, ਤਾਂ ਮੈਂ ਉਹੀ ਐਟਲੀਸਟ ਰਿਫੰਡ ਮੰਗਾ ਲੈਣਾ, ਤਾਂ ਕਿ ਮੇਰੇ ਘਰਦਿਆਂ ਨੂੰ ਕੁਝ ਸਪੋਰਟ ਹੋ ਜਾਊਗੀ। ਪਰ ਉਹਨਾਂ ਦੀ ਫੇਕ ਇਨਫੋਰਮੇਸ਼ਨ ਕਰਕੇ ਮੈਂ ਪਲਾਨ ਸਾਰਾ ਉਸ ਹਿਸਾਬ ਨਾਲ ਬਣਾ ਰਿਹਾ ਕਿ ਮੇਰੇ ਪੈਸੇ ਆ ਜਾਣੇ ਆ, ਤੇ ਮੈਂ ਇੰਡੀਆ 'ਚ ਕੁਝ ਕਰਨ ਦਾ ਸੋਚ ਹੀ ਨਹੀਂ ਰਿਹਾ। ਪਰ ਹੁਣ ਸਾਨੂੰ ਪਤਾ ਲੱਗਾ, ਕੱਲ 2 ਦਿਨਾਂ ਤੋਂ ਮੈਨੂੰ ਪਤਾ ਲੱਗਾ ਕਿ ਐਡੀ ਵੱਡੀ ਪ੍ਰੋਬਲਮ ਬਣ ਚੁੱਕੀ ਆ।